ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਸੋ ਅੱਜ ਆਪਾਂ ਸਟਾਰਟ ਕਰਾਂਗੇ BA ਸਮੈਸਟਰ ਦੂਜਾ ਦਾ ਪੰਜਾਬੀ ਲਾਜ਼ਮੀ ਦਾ ਕੋਰਸ ਕੰਟੈਂਟ ਦੇ ਵਿੱਚ ਪੁੱਟ ਸਿੱਧ ਜਿਹੜਾ ਹੈਗਾ ਨਿਬੰਧਾਂ ਦਾ ਸੰਗ੍ਰਹਿ ਜਿਹੜਾ ਕਿ ਨਵਤੇਜ ਭਾਰਤੀ ਦੇ ਦੁਆਰਾ ਲਿਖਿਆ ਹੋਇਆ। ਸੋ ਇਸ ਨੂੰ ਸਿਲੇਬਸ ਦੇ ਵਿੱਚ ਇਸ ਸਾਲ ਇਨਕਲੂਡ ਕੀਤਾ ਗਿਆ। ਸੂਰਜ ਮੰਦਰ ਦੀਆਂ ਪੌੜੀਆਂ ਨੂੰ ਜਿਹੜਾ ਹੈ ਇੱਥੋਂ ਦੀ ਹਟਾ ਦਿੱਤਾ ਗਿਆ, ਠੀਕ ਹੈ, ਡਿਲੀਟ ਕਰ ਦਿੱਤਾ ਗਿਆ ਅਤੇ ਪੁੱਟ ਸਿੱਧ ਨੂੰ ਇਨਕਲੂਡ ਕਰ ਦਿੱਤਾ ਗਿਆ। ਜਿਹੜੇ ਵੀ ਵਿਦਿਆਰਥੀ ਸੂਰਜ ਮੰਦਰ ਦੀਆਂ ਪੌੜੀਆਂ, ਠੀਕ ਹੈ, ਰੀਪੇਅਰ ਉਹਨਾਂ ਦੀ ਆਈ ਹੈ ਅਤੇ ਸੂਰਜ ਮੰਦਰ ਦੀਆਂ ਪੌੜੀਆਂ ਨਿਬੰਧ ਸੰਗ੍ਰਹਿ ਨੂੰ ਪੜ੍ਹ ਰਹੇ ਨੇ, ਸੋ ਉਹ ਜਿਹੜੇ ਨੇ ਨਵੇਂ ਸਿਲੇਬਸ ਦੇ ਅਕੋਰਡਿੰਗ ਹੀ ਜਿਹੜਾ ਹੈਗਾ ਆਪਣੀ ਤਿਆਰੀ ਕਰਨਗੇ। ਤਾਂ ਬਹੁਤ ਸਾਰੇ ਵਿਦਿਆਰਥੀ ਪੁੱਛਦੇ ਨੇ ਕਿ ਮੈਡਮ ਅਸੀਂ ਨਵੇਂ ਸਿਲੇਬਸ ਦੇ ਅਕੋਰਡਿੰਗ ਪੜ੍ਹੀਏ ਜਾਂ ਪੁਰਾਣੇ ਸਿਲੇਬਸ ਦੇ ਅਕੋਰਡਿੰਗ ਪੜ੍ਹੀਏ। ਤਾਂ ਤੁਸੀਂ ਨਵੇਂ ਸਿਲੇਬਸ ਦੇ ਅਕੋਰਡਿੰਗ ਪੜ੍ਹੋਗੇ। ਬਾਕੀ ਤੁਸੀਂ ਕ੍ਰੋਸ ਚੈਕਿੰਗ ਕਰ ਸਕਦੇ ਹੋ, ਕਿਉਂਕਿ ਲਾਸਟ ਈਅਰ ਕੀ ਹੋਇਆ ਸੀ, BA ਸਮੈਸਟਰ 6 ਦਾ ਨਾਵਲ ਚੇਂਜ ਹੋਇਆ ਸੀ ਇੰਗਲਿਸ਼ ਦਾ, ਅਤੇ ਬਹੁਤ ਸਾਰੇ ਬੱਚਿਆਂ ਦੀ ਕੁਐਰੀ ਸੀਗੀ। ਤਾਂ ਮੈਂ ਖੁਦ ਜਾ ਕੇ ਪਤਾ ਕਰਕੇ ਆਈ ਸੀ, ਈਵਨ ਇੱਕ ਵਾਰ ਨਹੀਂ 2-3 ਵਾਰ ਗਈ ਸੀ। ਤਾਂ ਉਹਨਾਂ ਦਾ ਬਾਰ-ਬਾਰ ਇਹੀ ਆਨਸਰਿੰਗ ਸੀ ਕਿ ਪਹਿਲਾਂ 2-3 ਸਾਲ ਪਹਿਲਾਂ ਯੂਨੀਵਰਸਿਟੀ ਪੁਰਾਣੇ ਸਿਲੇਬਸ 'ਚੋਂ ਪੇਪਰ ਪਾਉਂਦੀ ਸੀ, ਲੇਕਿਨ ਹੁਣ ਜਿਹੜਾ ਵੀ ਪੇਪਰ ਦੇ ਵਿੱਚ ਨਵਾਂ ਸਿਲੇਬਸ ਹੈ ਉਹੀ ਇਨਕਲੂਡ ਕੀਤਾ ਜਾਏਗਾ। ਤਾਂ ਜਿਹੜੇ ਵੀ ਵਿਦਿਆਰਥੀਆਂ ਨੂੰ ਰੀਪੇਅਰ ਆਈ ਹੈਗੀ ਹੈ ਤਾਂ ਉਹ ਨਵੇਂ ਸਿਲੇਬਸ ਦੇ ਅਕੋਰਡਿੰਗ ਹੀ ਪੜ੍ਹਨਗੇ, ਠੀਕ ਹੈ। ਸੋ ਇਸ ਕਰਕੇ ਜਿਹੜਾ ਹੈ ਤੁਸੀਂ ਨਵੇਂ ਸਿਲੇਬਸ ਦੇ ਅਕੋਰਡਿੰਗ ਤਿਆਰੀ ਜਿਹੜੀ ਹੈ ਸਟਾਰਟ ਕਰ ਦਿਓ। ਤਾਂ ਮੈਂ ਵੀ ਜਿਹੜੀ ਹੈਗੀ ਤਿਆਰੀ ਇਹਦੇ ਵਿੱਚੋਂ ਸਟਾਰਟ ਕਰ ਦਿੱਤੀ ਹੈ, ਠੀਕ ਹੈ। ਅਤੇ ਨਾਲ ਹੀ ਚੈਨਲ ਨੂੰ ਬਹੁਤ ਹੀ ਜ਼ਿਆਦਾ ਅੱਗੇ ਲੈ ਕੇ ਜਾਵਾਂਗੇ ਆਪਾਂ, ਠੀਕ ਹੈ। ਤੁਸੀਂ ਇਸ ਦੇ ਵਿੱਚ ਮੇਰੀ ਸਪੋਰਟ ਕਰਨੀ ਹੈਗੀ ਹੈ। ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਪੁੱਟ ਸਿੱਧ ਅੱਗ ਦੀ ਉਂਗਲ ਨਾਲ ਲਿਖੇ ਲੇਖ। ਅੱਗ ਦੀ ਉਂਗਲ ਨਾਲ ਲਿਖੇ ਲੇਖ ਨਿਬੰਧ ਦਾ ਸਾਰ ਲਿਖੋ, ਵਿਸ਼ਾ ਵਸਤੂ ਲਿਖੋ। ਤਾਂ ਤੁਹਾਡਾ ਕੁਐਸਚਨ ਦੇ ਵਿੱਚ ਕੀ ਆਏਗਾ, ਸਾਰ ਜਾਂ ਵਿਸ਼ਾ ਵਸਤੂ ਨਿਬੰਧ ਦਾ, ਠੀਕ ਹੈ। ਸਿਲੇਬਸ ਵੀ ਮੈਂ ਪਾ ਦਿੱਤਾ। ਜਿਨ੍ਹਾਂ ਨੇ ਸਿਲੇਬਸ ਨਹੀਂ ਚੈੱਕਆਊਟ ਕੀਤਾ ਤਾਂ ਸਿਲੇਬਸ ਵੀ ਚੈੱਕ ਕਰ ਲਿਓ, ਉਸ ਤੋਂ ਬਾਅਦ ਤੁਹਾਨੂੰ ਆਈਡੀਆ ਹੋਏਗਾ ਕਿ ਆਪਾਂ ਨੇ ਕਿੱਦਾਂ ਪੜ੍ਹਨਾ ਹੈ। ਅੱਗ ਦੀ ਉਂਗਲ ਨਾਲ ਲਿਖੇ ਲੇਖ ਨਿਬੰਧ ਦਾ ਵਿਸ਼ਾ ਲੇਖਕ ਦੁਆਰਾ ਆਪਣੇ ਬਚਪਨ ਵਿੱਚ ਆਪਣੇ ਅੰਦਰ ਕਵਿਤਾ, ਲੇਖਣੀ, ਸਿਰਜਨਾਤਮਕਤਾ ਦੇ ਪੁੰਗਰਨ ਨਾਲ ਜਾਣ ਪਛਾਣ ਕਰਾਉਂਦਾ। ਤਾਂ ਲੇਖਕ ਇਹਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਦਾ ਕਿ ਬਚਪਨ ਦੇ ਵਿੱਚ ਹੀ ਉਸਦੇ ਅੰਦਰ ਕਵਿਤਾ, ਕੁਝ ਲਿਖਣ ਦਾ ਸ਼ੌਂਕ ਸੀਗਾ, ਠੀਕ ਹੈ। ਬਚਪਨ 'ਚ ਵੀ ਉਹਦੇ ਵਿੱਚ ਸਿਰਜਨਾਤਮਕ ਯਾਨੀ ਕਿ ਕ੍ਰੀਏਟਿਵ ਸਕਿੱਲਸ ਸੀਗੇ। ਤਾਂ ਬਚਪਨ ਦੇ ਵਿੱਚ ਹੀ ਆਪਣੇ ਅੰਦਰ ਜਿਹੜੀਆਂ ਕੁਆਲਿਟੀਜ਼ ਆਉਂਦੀਆਂ ਨੇ, ਕਾਫੀ ਸਾਰੇ ਬੱਚੇ ਬਹੁਤ ਕੁਝ ਲਿਖਦੇ ਨੇ, ਪੋਇਮਸ ਲਿਖਦੇ ਨੇ, ਕਹਾਣੀਆਂ ਲਿਖਦੇ ਨੇ, ਲੇਕਿਨ ਕਈਆਂ ਨੂੰ ਬਿਲਕੁਲ ਹੀ ਨਹੀਂ ਸ਼ੌਂਕ ਹੁੰਦਾ। ਕਈ ਬੜੇ ਅੱਛੇ ਗੀਤ ਲਿਖਦੇ ਨੇ, ਹੈ ਨਾ, ਸਕ੍ਰਿਪਟ ਲਿਖਦੇ ਨੇ, ਕਹਾਣੀਆਂ ਲਿਖਦੇ ਨੇ, ਲੇਕਿਨ ਕਈ ਜਿਹੜੇ ਨੇ ਉਹਨਾਂ ਦੇ ਸ਼ੌਂਕ ਅਲੱਗ ਹੁੰਦੇ ਨੇ। ਤਾਂ ਲੇਖਕ ਜਿਹੜਾ ਹੈ ਆਪਣੇ ਬਚਪਨ ਦੇ ਬਾਰੇ ਦੱਸ ਰਿਹਾ। ਤਾਂ ਲੇਖਕ ਦੱਸਦਾ ਹੈ ਕਿ ਉਸਨੇ ਆਪਣੀ ਪਹਿਲੀ ਜਿਹੜੀ ਕਵਿਤਾ ਹੈਗੀ ਹੈ ਧਰਤੀ ਦੇ ਕਾਗਜ਼ ਉੱਤੇ ਉਦੋਂ ਲਿਖੀ ਜਦੋਂ ਉਹ ਪੜ੍ਹਿਆ ਲਿਖਿਆ ਵੀ ਨਹੀਂ ਸੀ, ਠੀਕ ਹੈ। ਤਾਂ ਬਹੁਤ ਛੋਟਾ ਸੀ। ਉਸਦੀ ਲਿਖੀ ਕਵਿਤਾ ਨੂੰ ਉਸਦੀ ਮਾਂ ਨੇ ਪੜ੍ਹਿਆ ਸੀ ਜੋ ਕਿ ਅਨਪੜ੍ਹ ਸੀ। ਦੇਖੋ ਕਿੰਨਾ ਸੋਹਣਾ ਇਹਨਾਂ ਨੇ ਲਿਖਿਆ। ਕਹਿੰਦੇ ਵੀ ਮੈਂ ਉਦੋਂ ਲਿਖੀ ਜਦੋਂ ਮੈਂ ਪੜ੍ਹਿਆ ਨਹੀਂ ਸੀ ਅਤੇ ਮੇਰੀ ਮਾਂ ਨੇ ਉਸਨੂੰ ਪੜ੍ਹਿਆ ਜੋ ਕਿ ਅਨਪੜ੍ਹ ਸੀ। ਸਿਆਲਾਂ ਦੇ ਤਰਕਾਲਾਂ ਵੇਲੇ ਸਾਰਾ ਟੱਬਰ ਜਿਹੜਾ ਸੀ ਚੁੱਲ੍ਹੇ ਦੇ ਆਲੇ ਦੁਆਲੇ ਬੈਠ ਜਾਂਦਾ ਸੀ। ਚੁੱਲ੍ਹੇ ਵਿੱਚ ਪਾਥੀਆਂ ਅਤੇ ਛਟੀਆਂ ਬਲ ਰਹੀਆਂ ਹੁੰਦੀਆਂ ਸੀ। ਤੌੜੀ ਵਿੱਚ ਸਾਗ ਰਿੱਝ ਰਿਹਾ ਹੁੰਦਾ ਸੀ ਸ਼ਾਮ ਦੇ ਟਾਈਮ, ਠੀਕ ਹੈ। ਤਰਕਾਲਾਂ ਯਾਨੀ ਕਿ ਸ਼ਾਮ ਦੇ ਟਾਈਮ, ਸਿਆਲ ਯਾਨੀ ਕਿ ਠੰਡ ਦਾ ਟਾਈਮ ਜਿਹੜਾ ਹੁਣ ਚੱਲ ਰਿਹਾ। ਮਾਂ ਮੱਕੀ ਦੀਆਂ ਰੋਟੀਆਂ ਥੱਪ ਥੱਪ ਕੇ ਤਵੇ ਉੱਤੇ ਪਕਾ ਰਹੀ ਹੁੰਦੀ ਤਾਂ ਉਹ ਲੇਖਕ ਜਿਹੜਾ ਸੀਗਾ ਚੁੱਲ੍ਹੇ ਮੂਹਰੇ ਚੁੱਲ੍ਹੇ ਦੀ ਗਰਮ ਸੁਆਹ ਵਿਛਾ ਕੇ ਉਂਗਲਾਂ ਨਾਲ ਜਿਹੜਾ ਸੀ ਅੱਖਰ ਪਾਉਣ ਲੱਗ ਜਾਂਦਾ ਸੀਗਾ, ਠੀਕ ਹੈ, ਕਿਉਂਕਿ ਲਿਖਣਾ ਪੜ੍ਹਨਾ ਤਾਂ ਦੋਨਾਂ ਨੂੰ ਨਹੀਂ ਸੀ ਆਉਂਦਾ। ਲੇਖਕ ਨੂੰ ਯਾਦ ਨਹੀਂ ਕਿ ਉਹ 35 ਦੇ ਅੱਖਰ ਲਿਖਦਾ ਸੀ, ਮੁਹਾਰਨੀ ਲਿਖਦਾ ਸੀ ਜਾਂ ਫਿਰ ਕੀਚ ਕਚੋਲੇ ਹੀ ਮਾਰਦਾ ਸੀ, ਮਤਲਬ ਘੁੱਗੂ ਕਾਂਗੜੀ ਹੀ ਮਾਰਦਾ ਸੀ। ਪਰੰਤੂ ਉਸਦੀ ਮਾਂ ਇਹਨਾਂ ਨੂੰ ਪੜ੍ਹ ਲੈਂਦੀ, ਕਿਉਂਕਿ ਆਪਣੀ ਮਾਂ ਜਿਹੜੀ ਹੈਗੀ ਅਗਰ ਆਪਾਂ ਕੁਛ ਵੀ ਨਾ ਬੋਲੀਏ ਤਾਂ ਵੀ ਉਸ ਚੀਜ਼ ਨੂੰ ਸੁਣ ਲੈਂਦੀ ਹੈ। ਇੱਦਾਂ ਹੀ ਕਹਿੰਦਾ ਵੀ ਮੇਰੀ ਵੀ ਮਾਂ ਜਿਹੜੀ ਸੀ ਪੜ੍ਹ ਲੈਂਦੀ ਸੀ। ਉਹ ਚੀਚੀ ਉਂਗਲ ਜਿਹੜੀ ਆਪਣੀ ਸਭ ਤੋਂ ਛੋਟੀ ਉਂਗਲ ਹੁੰਦੀ ਆ, ਉਹ ਚੀਚੀ ਦੇ ਨਾਲ ਉਸਦੇ ਮੱਥੇ ਉੱਤੇ ਸਵਾਦ ਦਾ ਟਿੱਕਾ ਲਾ ਕੇ ਉਸਦੀ ਸੁੱਖ ਮੰਗਦੀ ਸੀ। ਲੇਖਕ ਦੇ ਲਿਖੇ ਅੱਖਰਾਂ ਨੂੰ ਦੇਖਦੀ ਦੇਖਦੀ ਉਹ ਕਦੇ ਰੋਟੀ ਵੀ ਉਲੱਥਣਾ ਯਾਨੀ ਕਿ ਰੋਟੀ ਨੂੰ ਥੱਲਣਾ, ਉਸਦਾ ਪਾਸਾ ਪਲਟਾਣਾ ਰੋਟੀ ਦਾ ਭੁੱਲ ਜਾਂਦੀ ਸੀ। ਕਦੇ ਕਦੇ ਲਿਖਦਿਆਂ ਲੇਖਕ ਦੀ ਉਂਗਲ ਦੇ ਵਿੱਚੋਂ ਲਹੂ ਸਿੰਮ ਜਾਂਦਾ ਸੀ ਤਾਂ ਮਾਂ ਉਸਦੀ ਪਾਣੀ ਬੱਤੀ ਤਾਂ ਬੰਨ੍ਹ ਦਿੰਦੀ ਪਰ ਉਸਨੂੰ ਲਿਖਣੋਂ ਨਹੀਂ ਸੀ ਹਟਾਉਂਦੀ, ਠੀਕ ਹੈ। ਲਿਖਦੇ ਲਿਖਦੇ ਕਹਿੰਦੇ ਵੀ ਜਦੋਂ ਉਹ ਸੁਆਹ ਦੇ ਨਾਲ ਲਿਖਦਾ ਸੀ ਤਾਂ ਜਿਹੜਾ ਹੈ ਉਸਦੀ ਲਹੂ ਸਿੰਮ ਜਾਂਦਾ ਸੀਗਾ, ਠੀਕ ਹੈ। ਤਾਂ ਲੇਖਕ ਕਹਿੰਦਾ ਵੀ ਉਸਦੀ ਮਾਂ ਉਸਦੇ ਲਿਖੇ ਅੱਖਰਾਂ ਦੇ ਵਿੱਚੋਂ ਕੀ ਪੜ੍ਹਦੀ ਸੀ ਇਹ ਤਾਂ ਉਸੇ ਨੂੰ ਪਤਾ ਹੈ। ਕੋਈ ਇਹ ਨਹੀਂ ਦੱਸ ਸਕਦਾ ਕਿ ਪਾਠਕ ਕਵਿਤਾ ਵਿੱਚੋਂ ਕੀ ਪੜ੍ਹਦਾ, ਠੀਕ ਹੈ। ਤਾਂ ਹੁਣ ਦੇਖੋ ਅਗਰ ਅਸੀਂ ਕੋਈ ਵੀ ਨਿਬੰਧ ਪੜ੍ਹ ਰਹੇ ਹਾਂ, ਕੋਈ ਵੀ ਕਵਿਤਾ ਪੜ੍ਹ ਰਹੇ ਤਾਂ ਉਹ ਸਾਨੂੰ ਪਤਾ ਕਿ ਅਸੀਂ ਉਹਦੇ ਵਿੱਚੋਂ ਕੀ ਸਿੱਖਿਆ। ਤਾਂ ਕਹਿੰਦੇ ਮਾਂ ਵੀ ਜਿਹੜੀ ਮੇਰੀ ਸੀ ਉਹ ਅੱਖਰਾਂ ਦੇ ਵਿੱਚੋਂ ਪਤਾ ਨਹੀਂ ਕੀ ਪੜ੍ਹ ਲੈਂਦੀ ਸੀ। ਤਾਂ ਅਸੀਂ ਕੇਵਲ ਉਸਦੇ ਚਿਹਰੇ 'ਤੇ ਆਏ ਖੇੜੇ ਖੇੜੇ ਯਾਨੀ ਕਿ ਹਾਸਾ, ਕ੍ਰੋਧ ਯਾਨੀ ਕਿ ਗੁੱਸਾ, ਸੰਗ ਜਾਂ ਫਿਰ ਉਦਾਸੀ ਦੇ ਉਭਰੇ ਭਾਵਾਂ ਜਾਂ ਰੋਟੀ ਉਲਥਣਾ ਭੁੱਲਣਾ ਹੀ ਅਸੀਂ ਦੇਖ ਸਕਦੇ ਹਾਂ।
ਕਹਿੰਦੇ ਜਿਵੇਂ ਉਹ ਰੋਟੀ ਭੁੱਲ ਜਾਂਦੀ ਸੀ ਕਿਉਂਕਿ ਉਹ ਬੋਲਦਾ ਉਹ ਹੁੰਦਾ ਸੀਗਾ ਘੁੱਗੂ ਕਾਂਗੜੇ ਮਾਰੇ, ਤਾਂ ਉਹਦੀ ਮਾਂ ਉਹਦੇ ਵੱਲ ਦੇਖਦੀ ਦੇਖਦੀ ਇਹ ਸਭ ਕੁਝ ਚੀਜ਼ਾਂ ਜਿਹੜੀਆਂ ਸੀ ਭੁੱਲਦੇ, ਕਦੇ ਖੁਸ਼ ਹੁੰਦੀ ਸੀ, ਕਦੇ ਗੁੱਸੇ ਹੁੰਦੀ ਸੀ, ਕਦੇ ਸੰਗ ਜਾਂਦੀ ਸੀ, ਕਦੇ ਉਦਾਸ ਹੋ ਜਾਂਦੀ ਸੀ। ਤਾਂ ਇਹ ਗੱਲ ਕਰਨ ਮਗਰੋਂ ਲੇਖਕ ਕਹਿੰਦਾ ਕਿ ਹੁਣ ਉਹ ਤਾਂ ਪਹਿਲਾਂ ਤਾਂ ਉਹ ਪੜ੍ਹਿਆ ਨਹੀਂ ਸੀ, ਲੇਕਿਨ ਹੁਣ ਉਹ ਪੜ੍ਹਿਆ ਲਿਖਿਆ ਅਤੇ ਪੜ੍ਹਿਆ ਲਿਖਿਆ ਲਈ ਹੀ ਲਿਖਦਾ, ਤਾਂ ਕਿ ਉਹਦੇ ਜਿਵੇਂ ਤੁਸੀਂ ਪੜ੍ਹੇ ਲਿਖੇ ਹੋ, ਮੈਂ ਪੜ੍ਹੀ ਲਿਖੀ ਹਾਂ ਨਾ, ਤਾਂ ਸਾਡੇ ਵਰਗਿਆਂ ਲਈ ਲਿਖਦਾ। ਉਹ ਉਸਦੀ ਕਵਿਤਾ ਦੇ ਅਰਥ ਤਾਂ ਕੱਢਦੇ ਨੇ ਪਰੰਤੂ ਅਹਿਸਾਸ ਵਿੱਚ ਪੰਗਰਦੇ ਨਹੀਂ, ਮਤਲਬ ਉਹਨਾਂ ਨੂੰ ਅਹਿਸਾਸ ਨਹੀਂ ਸਮਝ ਆਉਂਦਾ, ਕਵਿਤਾ ਦੇ ਸਿਰਫ ਅਰਥ ਕੱਢਦੇ ਨੇ। ਉਹ ਇਹ ਜ਼ਰੂਰ ਕਹਿ ਸਕਦਾ ਕਿ ਉਹ ਮੁੜ ਕਦੇ ਵੀ ਅਜਿਹੀ ਕਵਿਤਾ ਨਹੀਂ ਲਿਖ ਸਕਿਆ ਜਿਹੜੀ ਉਸਦੀ ਮਾਂ ਵਰਗੇ ਅਨਪੜ੍ਹ ਲੋਕ ਵੀ ਜਿਹੜੇ ਹੈ ਪੜ੍ਹ ਸਕਣ। ਤਾਂ ਅਸਲ ਦੇ ਵਿੱਚ ਕਹਿੰਦੇ ਹੁਣ ਉਹ ਆਪ ਹੀ ਚੁੱਲ੍ਹੇ ਦੀ ਸਵਾਹ ਦੀ ਖਿੜਦੀ ਕਪਾਹ ਦੀ ਅਤੇ ਪੋਰਿਆਂ ਵਿੱਚੋਂ ਕਿਰਦੇ 20 ਸੰਬੰਧੀ ਅਹਿਸਾਸਾਂ ਨੂੰ ਭੁੱਲ ਚੁੱਕਿਆ। ਕਹਿੰਦਾ ਵੀ ਪਹਿਲਾਂ ਤਾਂ ਮੈਂ ਸਵਾਹ ਦੇ ਚੁੱਲ੍ਹੇ ਦੀ ਸਵਾਹ ਦੇ ਨਾਲ ਲਿਖਦਾ ਹੁੰਦਾ ਸੀ, ਪਰ ਹੁਣ ਮੈਂ ਤਾਂ ਖੁਦ ਹੀ ਭੁੱਲ ਚੁੱਕਿਆ। ਜਿਹੜੀ ਖਿੜਦੀ ਕਪਾਹ ਹੈਗੀ ਉਹਨੂੰ ਮੈਂ ਭੁੱਲ ਚੁੱਕਿਆ। ਪੋਰਿਆਂ ਵਿੱਚੋਂ ਕਿਰਦੇ 20 ਸੰਬੰਧੀ ਅਹਿਸਾਸਾਂ ਨੂੰ ਵੀ ਜਿਹੜਾ ਹੈ ਬੀ ਯਾਨੀ ਕਿ ਬੀਜ, ਠੀਕ ਹੈ, ਪੋਰਿਆਂ ਦੇ ਵਿੱਚੋਂ ਜਿਹੜੇ ਬੀਜ ਨਿਕਲਦੇ ਨੇ, ਠੀਕ ਹੈ, ਉਹ ਅਹਿਸਾਸ ਸਾਰਾ ਕੁਝ ਮੈਂ ਭੁੱਲ ਚੁੱਕਾ। ਫਿਰ ਵੀ ਕਦੇ ਕਦੇ ਕੋਈ ਸਤਰ ਯਾਨੀ ਕਿ ਲਾਈਨ ਲਿਖਦਿਆਂ ਹੋਇਆ ਉਸਦੇ ਮੱਥੇ ਉੱਤੇ ਸਵਾਹ ਦਾ ਟਿੱਕਾ ਸੁਲਗਣ ਲੱਗ ਪੈਂਦਾ, ਮਤਲਬ ਉਸਨੂੰ ਅਹਿਸਾਸ ਹੁੰਦਾ ਕਿ ਮੇਰੀ ਮਾਂ ਨੇ ਮੇਰੇ ਮੱਥੇ ਦੇ ਉੱਤੇ ਟਿੱਕਾ ਲਗਾਇਆ। ਉਸ ਸਤਰ ਨੂੰ ਉਹ ਅੱਗ ਦੀ ਉਂਗਲ ਲਿਖਦੀ ਹੈ ਅਤੇ ਅਰਥਾਤ ਉਸ ਵਿੱਚ ਬਗਾਵਤੀ ਅੰਸ਼ ਹੁੰਦਾ। ਚੁੱਲ੍ਹੇ ਵਿੱਚ ਅੱਗ ਬਲਦੀ ਹੈ, ਬੱਚਿਆਂ ਦੇ ਮੂੰਹ ਲਿਸ਼ਕਦੇ ਹਨ, ਅੱਗ ਤਿੜਕਦੀ ਹੈ, ਬੱਚੇ ਹੱਸਦੇ ਹਨ, ਮਾਂ ਸ਼ੁਕਰ ਕਰਦੀ ਹੈ, ਬਲਦੇ ਚੁੱਲ੍ਹੇ ਦੀ ਖੈਰ ਮੰਗਦੀ ਹੈ। ਇਸ ਨਿਬੰਧ ਵਿੱਚ ਲੇਖਕ ਨੇ ਬੜੀ ਸੰਕੇਤਕ ਅਤੇ ਮਾਰਮਿਕ ਸ਼ੈਲੀ ਨੂੰ ਅਪਣਾਉਂਦਿਆਂ ਰੋਚਕ ਤਰੀਕੇ ਦੇ ਨਾਲ ਆਪਣੀ ਮਾਂ ਦੁਆਰਾ ਆਪਣੀ ਵਿਲੱਖਣ ਸਿਰਜਣਾਤਮਕ ਰੁਚੀ ਨੂੰ ਬਚਪਨ ਵਿੱਚ ਪਛਾਣਨ ਅਤੇ ਉਸਦੀ ਖੈਰ ਮੰਗਣ ਦਾ ਜ਼ਿਕਰ ਕੀਤਾ ਅਤੇ ਉਹ ਅੱਜ ਮਹਿਸੂਸ ਕਰਦਾ ਹੈ ਕਿ ਜਿਹੜੇ ਉਸਦੇ ਪਾਠਕ ਨੇ ਉਸਦੀ ਕਵਿਤਾ ਦੇ ਅਰਥ ਤਾਂ ਕਰਦੇ ਨੇ ਪਰ ਉਸਦੇ ਅਹਿਸਾਸ ਨਹੀਂ ਸਮਝਦੇ, ਠੀਕ ਹੈ। ਤਾਂ ਹੁਣ ਇਹ ਲੇਖਕ ਜਿਹੜਾ ਹੈ ਬੜੀ ਹੀ ਸੰਕੇਤਕ ਮਾਰਮਿਕ ਸ਼ੈਲੀ ਨੂੰ ਅਪਣਾਉਂਦਾ, ਰੋਚਕ ਤਰੀਕਾ, ਬਹੁਤ ਦਿਲਚਸਪ ਤਰੀਕਾ, ਇੰਟਰਸਟਿੰਗ ਵੇ ਦੇ ਨਾਲ ਲਿਖਦਾ ਹੈ ਅਤੇ ਇਹ ਵੀ ਕਹਿੰਦਾ ਕਿ ਜਿਹੜੀ ਮੇਰੀ ਸਭ ਤੋਂ ਪਹਿਲਾਂ ਲਿਖਣ ਦੀ ਰੁਚੀ ਸੀ ਤਾਂ ਇਹ ਸਿਰਫ ਮੇਰੀ ਮਾਂ ਨੂੰ ਪਤਾ ਲੱਗ ਗਈ ਸੀ ਅਤੇ ਉਹ ਮੇਰੀਆਂ ਖੈਰਾਂ ਮੰਗਦੀ ਸੀ, ਠੀਕ ਹੈ। ਅੱਜ ਜਿਹੜੀ ਹੈ ਅਸਲ ਦੇ ਵਿੱਚ ਅੱਜ ਉਹ ਆਪ ਵੀ ਉਸ ਵਾਤਾਵਰਣ ਦੇ ਨਾਲੋਂ ਜਿਹੜਾ ਹੈ ਟੁੱਟ ਚੁੱਕਿਆ ਹੈ ਜਿਹੜਾ ਕਿ ਉਹ ਉਸ ਤੋਂ ਅਜਿਹੀ ਕਵਿਤਾ ਲਿਖਵਾਉਂਦਾ ਸੀ ਤਾਂ ਕਿ ਉਸਦੀ ਮਾਂ ਵਰਗੇ ਅਨਪੜ੍ਹ ਵੀ ਪੜ੍ਹ ਸਕਣ। ਇਸ ਪ੍ਰਕਾਰ ਇਸ ਨਿਬੰਧ ਵਿੱਚ ਲੇਖਕ ਆਪਣੇ ਬਚਪਨ ਦੇ ਵਿੱਚ ਹੀ ਆਪਣੇ ਅੰਦਰ ਕਵਿਤਾ ਦੇ ਪੁੰਗਰਣ ਮਤਲਬ ਕਵਿਤਾ ਦਾ ਜਜ਼ਬਾ ਜਾਗਣ ਦੀ ਗੱਲ ਨੂੰ ਬੜੇ ਹੀ ਮਾਰਮਿਕ ਢੰਗ ਦੇ ਨਾਲ ਬਿਆਨ ਕਰਦਾ ਹੈ ਅਤੇ ਉਸ ਨੂੰ ਆਪਣੀ ਅਜੋਕੀ ਕਾਵ ਰਚਨਾ ਦੇ ਨਾਲ ਵੀ ਜੋੜਦਾ। ਤਾਂ ਇਹ ਲਿਖਦੇ ਇਸ ਦਾ ਸਿਰਫ ਇਹੀ ਹੈ ਕਵਿਤਾ ਦੇ ਵਿੱਚ ਕਿਹਾ ਗਿਆ ਕਿ ਕਿਵੇਂ ਉਹ ਛੋਟੇ ਹੁੰਦੇ ਤੋਂ ਹੀ ਉਹਦੇ ਅੰਦਰ ਬਚਪਨ ਦੇ ਵਿੱਚ ਹੀ ਕਵਿਤਾ ਵਗੈਰਾ ਲਿਖਣ ਦਾ ਕਹਾਣੀ ਵਗੈਰਾ ਲਿਖਣ ਦਾ ਸਿਰਜਣਾਤਮਕ ਕਲਾ ਦਾ ਵਿਕਾਸ ਹੋਣਾ ਸਟਾਰਟ ਹੋਇਆ ਸੀ। ਅਤੇ ਇਹਦਾ ਜਦੋਂ ਇਹ ਸਵਾਹ ਦੇ ਨਾਲ ਲਿਖਦਾ ਸੀ ਤਾਂ ਇਹਦੀ ਮਾਂ ਇਹਨੂੰ ਰੋਕਦੀ ਨਹੀਂ ਸੀ ਅਤੇ ਇਸ ਦੀਆਂ ਬਲਾਵਾਂ ਲੈਂਦੀ ਸੀ, ਖੁਸ਼ ਹੁੰਦੀ ਸੀਗੀ ਹੈ ਨਾ, ਅਤੇ ਇਸ ਦੀ ਖੈਰ ਮੰਗਦੀ ਸੀ। ਇਹਦੇ 'ਤੇ ਜਿਹੜਾ ਹੈ ਮੱਥੇ 'ਤੇ ਉੱਤੇ ਟਿੱਕਾ ਲਗਾਉਂਦੀ ਸੀ ਤਾਂ ਕਿ ਮੇਰੇ ਪੁੱਤ ਨੂੰ ਜਿਹੜੀ ਹੈ ਨਜ਼ਰ ਨਾ ਲੱਗੇ। ਤਾਂ ਇਹ ਜਿਹੜਾ ਹੈ ਕਹਿੰਦਾ ਵੀ ਮੇਰੀ ਮਾਂ ਅਨਪੜ੍ਹ ਸੀ ਪਰ ਫਿਰ ਵੀ ਜੋ ਮੈਂ ਲਿਖਦਾ ਸੀ ਬਣਾਉਂਦਾ ਸੀ ਉਹ ਮੇਰੀ ਮਾਂ ਸਮਝ ਲੈਂਦੀ ਸੀ, ਠੀਕ ਹੈ। ਜਦਕਿ ਮੈਨੂੰ ਵੀ ਕੁਝ ਵੀ ਪੜ੍ਹਨਾ ਲਿਖਣਾ ਉਸ ਟਾਈਮ ਨਹੀਂ ਸੀ ਆਉਂਦਾ ਕਿਉਂਕਿ ਇਹ ਬਹੁਤ ਜ਼ਿਆਦਾ ਛੋਟਾ ਸੀ। ਹੁਣ ਛੋਟੇ ਕੁਐਸਚਨ ਕਰਾਂਗੇ ਤਾਂ ਇਸ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ? ਤਾਂ ਇਸ ਨਿਬੰਧ ਦਾ ਵਿਸ਼ਾ ਵਸਤੂ ਲੇਖਕ ਦੁਆਰਾ ਆਪਣੇ ਬਚਪਨ ਵਿੱਚ ਆਪਣੇ ਅੰਦਰ ਕਵਿਤਾ ਲੇਖਣੀ ਸਿਰਜਣਾਤਮਕਤਾ ਦੇ ਪੁੰਗਰਣ ਨਾਲ ਜਿਹੜੀ ਹੈ ਜਾਣ ਪਛਾਣ ਕਰਾਉਣਾ ਕਿ ਕਿੱਦਾਂ ਬਚਪਨ ਦੇ ਵਿੱਚ ਉਹਦੇ ਅੰਦਰ ਕਵਿਤਾ ਲੇਖਣੀ ਲਿਖਣ ਦਾ ਹੁਨਰ ਜਿਹੜਾ ਹੈ ਆਇਆ, ਸਿਰਜਣਾਤਮਕ ਉਹਦੇ ਅੰਦਰ ਆਈ। ਪੁੰਗਰਨਾ ਯਾਨੀ ਕਿ ਜਨਮ ਲੈਣਾ। ਲੇਖਕ ਨੇ ਆਪਣੀ ਪਹਿਲੀ ਕਵਿਤਾ ਕਿਹੜੇ ਕਾਗਜ਼ ਦੇ ਉੱਤੇ ਲਿਖੀ ਤਾਂ ਉਸਨੂੰ ਕਿਸਨੇ ਪੜ੍ਹਿਆ? ਤਾਂ ਧਰਤੀ ਦੇ ਕਾਗਜ਼ ਦੇ ਉੱਤੇ ਲਿਖੀ ਅਤੇ ਉਸਦੀ ਮਾਂ ਨੇ ਉਸਨੂੰ ਪੜ੍ਹਿਆ। ਲੇਖਕ ਕਿਸ ਉੱਤੇ ਅੱਖਰ ਪਾਉਂਦਾ ਲਿਖਦਾ ਸੀ? ਤਾਂ ਜਦੋਂ ਸਿਆਲਾਂ ਟਾਈਮ ਤਰਕਾਲਾਂ ਹੋ ਜਾਂਦੀਆਂ ਸੀ ਤਾਂ ਸਾਰਾ ਟੱਬਰ ਜਿਹੜਾ ਸੀ ਚੁੱਲ੍ਹੇ ਦੇ ਆਲੇ ਦੁਆਲੇ ਬਹਿ ਜਾਂਦਾ ਸੀ ਤਾਂ ਉਸਦੀ ਮਾਂ ਜਿਹੜੀ ਸੀ ਮੱਕੀ ਦੀਆਂ ਰੋਟੀਆਂ ਪਕਾ ਰਹੀ ਹੁੰਦੇ ਸੀ ਅਤੇ ਜਿਹੜਾ ਲੇਖਕ ਸੀ ਉਹ ਚੁੱਲ੍ਹੇ ਦੇ ਵਿੱਚੋਂ ਜਿਹੜੀ ਕੋਸੀ ਗਰਮ ਸਵਾਹ ਨਿਕਲ ਜਾਂਦੀ ਅਤੇ ਜਿਹੜੇ ਪਿੰਡ ਵਾਲੇ ਬੱਚੇ ਉਹਨਾਂ ਨੂੰ ਪੱਕਾ ਪਤਾ ਹੋਊਗਾ ਕਿ ਮੈਂ ਕੀ ਚੀਜ਼ ਨੂੰ ਜਿਹੜੀ ਹੈ ਬੋ ਰਹੀ ਹਾਂ, ਤਾਂ ਕੋਸੀ ਸਵਾਹ ਵਿਛਾ ਕੇ ਉਸਦੇ ਉੱਤੇ ਅੱਖਰ ਜਿਹੜਾ ਸੀ ਪਾਉਂਦਾ ਸੀ ਯਾਨੀ ਕਿ ਲਿਖਦਾ, ਘੁੱਗੂ ਕਾਂਗੜੇ ਜਿਹਾ ਬਣਾਈ ਜਾਂਦਾ ਸੀ। ਅਤੇ ਲੇਖਕ ਚੁੱਲ੍ਹੇ ਦੁਆਲੇ ਪਰਿਵਾਰ ਦੇ ਬੈਠਣ 'ਤੇ ਮਾਂ ਦੁਆਰਾ ਰੋਟੀ ਪਕਾਉਣ ਦੇ ਦ੍ਰਿਸ਼ ਨੂੰ ਕਿਵੇਂ ਪੇਸ਼ ਕਰਦਾ, ਠੀਕ ਹੈ। ਸੋ ਸ਼ਾਮ ਹੋ ਜਾਂਦੀ ਸੀ ਸਿਆਲ ਦੇ ਟਾਈਮ, ਸਰਦੀ ਦੇ ਟਾਈਮ ਸਾਰਾ ਪਰਿਵਾਰ ਚੁੱਲ੍ਹੇ ਦੇ ਦੁਆਲੇ ਬਹਿ ਜਾਂਦਾ ਸੀ। ਲੇਖਕ ਦੀ ਮਾਂ ਤਵੇ ਦੇ ਉੱਤੇ ਮੱਕੀ ਦੀਆਂ ਰੋਟੀਆਂ ਪਕਾਉਂਦੀ ਸੀ। ਚੁੱਲ੍ਹੇ ਮੂਹਰੇ ਧੁੱਖ ਦੀਆਂ ਪਾਥੀਆਂ ਉੱਤੇ ਸਾਗ ਦੀ ਤੋੜੀ ਰਿੱਝੀ ਜਾਂਦੀ ਸੀ, ਠੀਕ ਹੈ। ਚੁੱਲ੍ਹੇ ਵਿੱਚ ਬਲ ਰਹੀਆਂ ਛਿੱਟੀਆਂ ਦੀ ਤਿੜਤੜ, ਜਿਹੜੀਆਂ ਲੱਕੜੀਆਂ ਆਪਾਂ ਬਾਲਦੇ ਹਾਂ ਚੁੱਲ੍ਹੇ ਦੇ ਵਿੱਚ, ਉਹ ਤਿੜ ਕਰਕੇ ਜਦੋਂ ਜਲਦੀਆਂ ਨੇ ਆਵਾਜ਼ ਆਉਂਦੀ ਹੈ। ਸਾਗ ਦੀ ਤੋੜੀ ਵਿੱਚ ਗੜ ਕਰਕੇ ਜਿਹੜੀ ਸੀ ਆਵਾਜ਼ ਆਉਂਦੀ ਸੀ ਅਤੇ ਮਾਂ ਦੇ ਰੋਟੀਆਂ ਥੱਪਣ ਦੀ ਵੀ ਆਵਾਜ਼ ਆਉਂਦੀ ਸੀ। ਅਤੇ ਉਸ ਟਾਈਮ ਕੀ ਹੁੰਦਾ ਸੀ
ਲੇਖਕ ਚੁੱਲ੍ਹੇ ਵਿੱਚੋਂ ਕੋਸੀ ਸਵਾਹ ਬਚਾ ਕੇ ਲਿਖਦਾ ਹੁੰਦਾ ਸੀ ਅਤੇ ਕਦੇ ਕਦੇ ਸਵਾਹ ਵਿੱਚ ਅੱਗ ਦਾ ਫਲੂਹਾ ਵੀ ਰਲਿਆ ਹੁੰਦਾ ਸੀ। ਠੀਕ ਹੈ, ਜਦੋਂ ਆਪਾਂ ਗਰਮ ਗਰਮ ਸਵਾਹ ਰੱਖਦੇ ਹਾਂ, ਠੀਕ ਹੈ, ਥੋੜੀ ਠੰਡੀ ਹੁੰਦੀ ਆ ਉਹ, ਤਾਂ ਉਹਦੇ ਵਿੱਚ ਕੁਝ ਕੁਝ ਕਿਣਕੇ ਅੱਗ ਦੇ ਕੋਲਿਆਂ ਦੇ ਵੀ ਰੈੱਡ ਰੈੱਡ ਹੁੰਦੇ ਨੇ। ਠੀਕ ਹੈ, ਇਸ ਪ੍ਰਕਾਰ ਲੇਖਕ ਬੜੇ ਯਥਾਰਥਕ ਅਸਲੀਅਤ ਵਰਗੇ ਜਿਹੜੇ ਹੈ ਅਸਲ ਰੂਪ ਦੇ ਵਿੱਚ ਇਸ ਨੂੰ ਪੇਸ਼ ਕਰਦਾ। ਲੇਖਕ ਨੂੰ ਚੁੱਲ੍ਹੇ ਉੱਤੇ ਰੋਟੀ ਪਕਾ ਰਹੀ ਮਾਂ ਦੇ ਚਿਹਰੇ ਸੰਬੰਧੀ ਕੀ ਯਾਦ ਹੈ? ਤਾਂ ਮਾਂ ਦਾ ਚਿਹਰਾ ਜਿਹੜਾ ਹੁੰਦਾ ਸੀ ਸ਼ਾਂਤ ਅਤੇ ਸੰਤੋਸ਼ ਦੇ ਨਾਲ ਭਰਿਆ ਹੁੰਦਾ ਸੀ। ਲੇਖਕ ਦੀ ਮਾਂ ਉਸਦੇ ਲਿਖੇ ਹੋਏ ਅੱਖਰਾਂ ਨੂੰ ਪੜ੍ਹਦੀ ਪੜ੍ਹਦੀ ਕੀ ਕਰਦੀ ਸੀ ਅਤੇ ਕਿਉਂ ਕਰਦੀ ਸੀ? ਤਾਂ ਅੱਖਰ ਪੜ੍ਹਦੀ ਪੜ੍ਹਦੀ ਉਸਦੇ ਮੱਥੇ ਉੱਤੇ ਚੀਚੀ ਸਭ ਤੋਂ ਛੋਟੀ ਉਂਗਲ ਦੇ ਨਾਲ ਸਵਾਹ ਦਾ ਟਿੱਕਾ ਲਗਾ ਦਿੰਦੀ ਸੀ ਅਤੇ ਉਸਦੀ ਖੈਰ ਮੰਗਦੀ ਸੀ। ਕੀ ਕਹਿੰਦੀ ਸੀ? ਵਾਹਿਗੁਰੂ ਸੁਖ ਰੱਖੀ। ਅਤੇ ਤਾਂ ਕਰਦੀ ਸੀ ਕਿਉਂਕਿ ਉਸਦੇ ਪੁੱਤ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ। ਜਦੋਂ ਲਿਖਦੇ ਲਿਖਦੇ ਲੇਖਕ ਦੀ ਉਂਗਲ ਵਿੱਚੋਂ ਲਹੂ ਸਿੰਮਣ ਲੱਗ ਪੈਂਦਾ ਸੀ ਤਾਂ ਉਹਦੀ ਮਾਂ ਕੀ ਕਰਦੀ ਸੀ? ਪਾਣੀ ਬੱਤੀ ਬੰਨ੍ਹ ਦਿੰਦੀ ਸੀ, ਪਰ ਉਸਨੂੰ ਲਿਖਣੋਂ ਨਹੀਂ ਸੀ ਹਟਾਉਂਦੀ। ਤਾਂ ਅਸੀਂ ਕਵਿਤਾ ਨੂੰ ਪੜ੍ਹਨ ਵਾਲੇ ਬੰਦੇ ਉੱਤੇ ਉਸ ਕਵਿਤਾ ਦੇ ਪ੍ਰਭਾਵ ਬਾਰੇ ਕਿੰਨਾ ਕੁ ਜਾਣ ਸਕਦੇ ਹਾਂ? ਤਾਂ ਅਸੀਂ ਇਹ ਨਹੀਂ ਜਾਣ ਸਕਦੇ ਕਿ ਉਸਨੇ ਕੀ ਪੜ੍ਹਿਆ, ਅਸੀਂ ਸ਼ਾਇਦ ਇੰਨਾ ਹੀ ਦੇਖ ਸਕਦੇ ਹਾਂ ਕਿ ਉਸਦਾ ਅਰਥ ਕੀ ਹੈ। ਠੀਕ ਹੈ, ਸੋ ਅਸੀਂ ਜਿਹੜਾ ਹੈ ਕ੍ਰੋਧ ਨਾਲ ਭਖਿਆ ਹੋਇਆ, ਰੰਗ ਨਾਲ ਲਾਲ ਸੂਹਾ ਅਰਥ ਹੋਇਆ, ਉਦਾਸੀ ਵਾਲਾ ਸਾਂਵਲਾ ਅਤੇ ਲੇਖਕ ਦੀ ਮਾਂ ਵਾਂਗ ਤਵੇ ਉੱਤੇ ਰੋਟੀ ਉਲੱਥਣੀ ਭੁੱਲਿਆ ਹੈ। ਸੋ ਇਹ ਸਾਰਾ ਕੁਝ ਅਸੀਂ ਜਿਹੜਾ ਹੈ ਨਹੀਂ ਜਿਹੜਾ ਹੈ ਜਾਣ ਸਕਦੇ। ਠੀਕ ਹੈ, ਅਸੀਂ ਸਿਰਫ ਇਹ ਦੇਖਦੇ ਹਾਂ ਕਿ ਕਵਿਤਾ ਜਿਹੜੀ ਹੈ ਪੜ੍ਹ ਕੇ ਕੋਈ ਚਿਹਰਾ ਜਾਗਿਆ, ਕ੍ਰੋਧ ਨਾਲ ਭਖਿਆ, ਰੰਗ ਲਾਲ ਲਾਲ ਸੂਹਾ ਅਰਥ ਹੋਇਆ, ਤਾਂ ਮਤਲਬ ਅਸੀਂ ਫੀਲ ਕਰ ਸਕਦੇ ਹਾਂ, ਲੇਕਿਨ ਸਾਨੂੰ ਅਸਲੀਅਤ ਨਹੀਂ ਅਸੀਂ ਜਾਣ ਸਕਦੇ। ਲੇਖਕ ਅਨੁਸਾਰ ਹੁਣ ਉਸਦੀ ਕਵਿਤਾ ਪੜ੍ਹਨ ਵਾਲੇ ਕੀ ਕਰਦੇ ਨੇ? ਤਾਂ ਕਹਿੰਦੇ ਲੇਖਕ ਕਹਿੰਦਾ ਕਿ ਹੁਣ ਤਾਂ ਉਹ ਪੜ੍ਹ ਲਿਖ ਗਿਆ, ਪੜ੍ਹਿਆਂ ਲਿਖਿਆਂ ਲਈ ਲਿਖਦਾ। ਪੜ੍ਹੇ ਲਿਖੇ ਸਿਰਫ ਉਸਦੀ ਕਵਿਤਾ ਦਾ ਅਰਥ ਕੱਢਦੇ ਨੇ ਪਰ ਅਹਿਸਾਸ ਨਹੀਂ ਸਮਝਦੇ। ਲੇਖਕ ਅਨੁਸਾਰ ਉਹ ਕਿਹੋ ਜਿਹੀ ਕਵਿਤਾ ਫਿਰ ਨਹੀਂ ਲਿਖ ਸਕਿਆ, ਉਹ ਕਵਿਤਾ ਮੁੜ ਨਹੀਂ ਲਿਖ ਸਕਿਆ ਜਿਹੜੀ ਉਸਦੀ ਮਾਂ ਵਰਗੇ ਅਨਪੜ੍ਹ ਵੀ ਜਿਹੜੇ ਸੀਗੇ ਪੜ੍ਹ ਸਕਦੇ ਸੀ। ਤਾਂ ਉਹ ਕਵਿਤਾ ਜਿਹੜੀ ਹੈ ਹੁਣ ਉਹ ਨਹੀਂ ਲਿਖ ਪਾਉਂਦਾ। ਲੇਖਕ ਅਨੁਸਾਰ ਉਹ ਕਿਹਨਾਂ ਦੀ ਵਰਣਮਾਲਾ ਤੋਂ ਦੂਰ ਹੋ ਗਿਆ? ਤਾਂ ਲੇਖਕ ਕਹਿੰਦਾ ਅੱਜ ਉਹ ਚੁੱਲ੍ਹਿਆਂ ਦੀ ਸਵਾਹ ਤੋਂ ਦੂਰ ਹੋ ਗਿਆ, ਖਿੜਦੀ ਕਪਾਹ ਤੋਂ, ਪੋਰਿਆਂ ਵਿੱਚ ਕਿਰਦੇ ਬੀ ਯਾਨੀ ਕਿ ਬੀਜ ਦੀ ਵਰਣਮਾਲਾ ਤੋਂ ਦੂਰ ਹੋ ਗਿਆ। ਪੁੱਟਸਿੱਧ ਪੁਸਤਕ ਦਾ ਲੇਖਕ ਕੌਣ ਹੈ? ਨਵਤੇਜ ਭਾਰਤੀ। ਠੀਕ ਹੈ, ਸੋ ਇਹ ਸੀ ਇੰਪੋਰਟੈਂਟ ਵੀਡੀਓ। ਨੈਕਸਟ ਵੀਡੀਓਜ਼ ਵੀ ਬਹੁਤ ਜਲਦੀ ਆਉਣਗੇ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦੀ ਵੀਡੀਓ ਲੱਗੀ ਅਤੇ ਨਾਲ ਹੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।